ਤੁਹਾਨੂੰ ਪਤਾ ਹੈ ਕਿ ਜਿਸ ਤਰੀਕੇ ਨਾਲ ਪਿਛਲੇ ਵਰੇ ਉੱਥੇ ਆਸ਼ੀਸ਼ ਮਿਸ਼ਰਾ ਨੇ ਗੱਡੀ ਚੜਾਈ ਸੀ ਤੇ ਉਸ ਸਾਰੇ ਇਨਸੀਡੈਂਟ 'ਚ 8 ਬੰਦੇ, 4 ਕਿਸਾਨ ਤੇ ਇੱਕ ਪੱਤਰਕਾਰ ਜਿਹੜਾ ਉਹਨੇ ਮਾਰਿਆ ਸੀ, ਬਾਕੀ ਭੀੜ ਨੇ ਮਾਰੇ ਸੀ। ਉਸ ਨੂੰ ਲੈ ਕੇ ਇਲਾਹਾਬਾਦ ਹਾਈ ਕੋਰਟ ਨੇ ਕਮਾਲ ਕਰਤੀ ਕਿ ਉਹਨੂੰ ਜ਼ਮਾਨਤ ਦੇਤੀ। ਜ਼ਮਾਨਤ ਦੇ ਵਿੱਚ ਲੋਕਾਂ ਨੇ ਤਾਂ ਬੜੇ ਸਵਾਲ ਉਦੋਂ ਉਠਾਏ ਸੀ ਕਿ ਅਜੇ ਮਿਸ਼ਰਾ ਜਿਹੜਾ ਉਹਦਾ ਆਸ਼ੀਸ਼ ਮਿਸ਼ਰਾ ਦਾ ਪਿਓ ਹੈ, ਉਹ ਹਲੇ ਵੀ ਉਹਦਾ ਅਮਿਤ ਸ਼ਾਹ ਦੇ ਨਾਲ ਦਾ ਕਮਰਾ ਹੈ, ਉਹ ਗ੍ਰਹਿ ਰਾਜ ਮੰਤਰੀ ਹੈ ਤੇ ਮੋਦੀ ਸਾਹਿਬ ਨੇ ਉਹਨੂੰ ਨਹੀਂ ਕੱਢਿਆ। ਤੇ ਹਾਈ ਕੋਰਟ ਨੇ ਫੈਸਲਾ ਕਰਤਾ, ਕਹਿੰਦੇ ਜੀ ਇਹ ਜ਼ਮਾਨਤ ਦੇ ਦਿਓ। ਐਡਾ ਵੱਡਾ ਘਿਨੌਣਾ ਗੁਨਾਹ ਕੀਤਾ ਹੋਵੇ ਉਹਨੂੰ ਜ਼ਮਾਨਤ ਮਿਲ ਗਈ। ਤੇ ਪੀੜਤ ਪਰਿਵਾਰਾਂ ਵੱਲੋਂ ਕੁਝ ਜਥੇਬੰਦੀਆਂ ਪਰਿਵਾਰਾਂ ਨਾਲ ਬਹੁਤ ਸਾਰੇ ਹੋਰ ਵਕੀਲ ਜਿਹੜੇ ਨੇ ਉਹਨਾਂ ਨੇ ਕੇਸ ਕੀਤਾ ਸੁਪਰੀਮ ਕੋਰਟ ਦੇ ਵਿੱਚ। ਮੈਂ ਵਕੀਲ ਤਾਂ ਕਹਿਣਾ ਕਿ ਕਈ ਵਕੀਲਾਂ ਨੇ, ਵੱਡੇ ਵਕੀਲਾਂ ਨੇ, ਵੱਡੇ ਨਾਵਾਂ ਨੇ ਪੈਸਾ ਨਹੀਂ ਲਿਆ, ਪ੍ਰਸ਼ਾਸਨ ਬੰਦਿਆਂ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਦੇ ਖਿਲਾਫ ਜਦੋਂ ਕੇਸ ਚੱਲ ਰਿਹਾ ਸੀ। ਤੇ ਜਦੋਂ ਕੱਲ ਫੈਸਲਾ ਹੋਇਆ ਉਸ ਦਾ, ਸੁਪਰੀਮ ਕੋਰਟ ਨੇ ਜ਼ਮਾਨਤ ਰੱਦ ਕਰਤੀ ਤੇ ਆਸ਼ੀਸ਼ ਮਿਸ਼ਰਾ ਨੂੰ ਇਹ ਹੁਕਮ ਦਿੱਤਾ ਕਿ ਹਫ਼ਤੇ ਦੇ ਅੰਦਰ ਅੰਦਰ ਜੇਲ੍ਹ ਦੀ ਯਾਤਰਾ ਦੁਬਾਰਾ ਕਰੋ। ਤੇ ਹਾਈ ਕੋਰਟ ਨੂੰ ਵੀ ਕਈ ਸਖਤ ਟਿੱਪਣੀਆਂ ਕੀਤੀਆਂ ਜੀ ਤੋਂ ਲੱਗਦਾ ਹੈ ਕਿ ਇਹਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ ਸੀ। ਹਾਈ ਕੋਰਟ ਕਹਿੰਦੀ ਤੁਸੀਂ ਇਹ ਜਿਹੜਾ ਨਾ ਕਿਸ ਆਧਾਰ ਤੇ ਕੀਤਾ ਹੈ, ਤੁਸੀਂ ਬਹੁਤ ਕਾਹਲੀ ਕੀਤੀ ਹੈ, ਤੁਸੀਂ ਪੀੜਤਾਂ ਨੂੰ ਨਹੀਂ ਸੁਣਿਆ, ਉਹਨਾਂ ਦੀ ਗੱਲ, ਉਹਨਾਂ ਦੀ ਦਲੀਲ ਸੁਣਨ ਤੋਂ ਇਨਕਾਰ ਕੀਤਾ। ਹਾਈ ਕੋਰਟ ਨੂੰ ਕਿਹਾ ਬਹੁਤ ਕਾਹਲੀ ਦਿਖਾਈ ਤੁਸੀਂ ਇਹ ਜ਼ਮਾਨਤ ਦੇਣ ਲਈ, ਇਹ ਵੀ ਪਤਾ ਹੈ ਕਿਉਂ ਦਿਖਾਈ ਗਈ, ਸਾਰਾ ਕੁਝ ਪਤਾ ਹੈ। ਹੁਣ ਗੱਲ ਇਹ ਹੈ ਕਿ ਇਸ ਫੈਸਲੇ ਨੇ ਸੁਪਰੀਮ ਕੋਰਟ ਦੇ ਨੇ ਇਹ ਕਹਿਤਾ, ਹਾਲਾਂਕਿ ਜਿਹੜਾ ਹੈ ਕਿਸਾਨਾਂ ਦੇ ਵਕੀਲ ਨੇ ਇਹ ਕਿਹਾ ਜੀ ਇਹ ਦੁਬਾਰਾ ਹਾਈ ਕੋਰਟ ਨੂੰ ਤੁਸੀਂ ਭੇਜ ਰਹੇ ਹੋ, ਫਿਰ ਉਸੇ ਜੱਜ ਦੇ ਨਾਲ ਲੱਗ ਜੇ। ਉਹ ਕਹਿੰਦੇ ਦੇਖੋ ਜੀ ਫੈਸਲਾ ਤਾਂ ਲਿਖਤਾ ਹੁਣ ਅਸੀਂ, ਲੇਕਿਨ ਜਿਹੜਾ ਹੈ ਸਾਨੂੰ ਆਸ ਹੈ ਕਿ ਇਹ ਸਹੀ ਥਾਂ ਤੇ ਜਾਏਗਾ। ਮਤਲਬ ਕਿ ਉਹਨਾਂ ਨੇ ਇਹ ਸੁਪਰੀਮ ਕੋਰਟ ਨੇ ਇਹ ਇਸ਼ਾਰਾ ਕੀਤਾ ਕਿ ਜਿਹੜੇ ਹਾਈ ਕੋਰਟ ਦੇ ਉਸ ਜੱਜ ਦੀ ਅਸੀਂ ਜੱਜਮੈਂਟ ਨੂੰ ਬਦਲਤਾ, ਇਨਕਾਰਤਾ, ਉਤੇ ਅਸੀਂ ਇਹ ਕਿਹਾ ਕਿ ਇਹ ਕਾਹਲੀ ਨਾਲ ਤੇ ਸਹੀ ਫੈਸਲਾ ਨਹੀਂ, ਇਸ ਕਰਕੇ ਉਹਦੇ ਕੋਲ ਨਹੀਂ ਜਾਏਗਾ। ਸੁਪਰੀਮ ਕੋਰਟ ਨੇ ਇਸ ਤਰ੍ਹਾਂ ਦੀ ਟਿੱਪਣੀ ਕੀਤੀ। ਹੁਣ ਗੱਲ ਤਾਂ ਇਹ ਹੈ ਕਿ ਸਾਰੇ ਕੇਸ ਦੇ ਵਿੱਚ 2-3 ਪੱਖ ਜ਼ਰੂਰ ਦੇਖਣ ਵਾਲੇ। ਇੱਕ ਗੱਲ ਤਾਂ ਸਪਸ਼ਟ ਹੈ ਕਿ ਸੁਪਰੀਮ ਕੋਰਟ ਨੇ ਜੇ ਕਿਹਾ ਤੇ ਫੈਸਲਾ ਠੀਕ ਨਹੀਂ ਸੀ। ਇਹ ਗੱਲ ਵੀ ਸੱਚੀ ਹੈ ਕਿ ਇਹ ਜਿਹੜਾ ਅਜੇ ਮਿਸ਼ਰਾ ਟੇਨੀ ਹੈ, ਜਿਹੜਾ ਗ੍ਰਹਿ ਮੰਤਰੀ, ਰਾਜ ਗ੍ਰਹਿ ਮੰਤਰੀ ਹੈ, ਇਹ ਗਵਾਹਾਂ ਨੂੰ ਡਰਾ ਰਿਹਾ ਹੈ ਔਰ ਲਗਾਤਾਰ ਉਹਨਾਂ ਤੇ ਪ੍ਰਭਾਵ ਬਣਾ ਰਿਹਾ ਸੀ। ਇਹ ਵੀ ਗੱਲ ਸਹੀ ਹੈ। ਇਸੇ ਕਰਕੇ 24-25 ਅਪ੍ਰੈਲ ਨੂੰ ਕਿਸਾਨ ਜਥੇਬੰਦੀਆਂ ਉੱਥੇ ਜਾ ਰਹੀਆਂ ਨੇ, ਇਕੱਠ ਕਰ ਰਹੀਆਂ ਨੇ। ਇੱਥੇ ਇੱਕ ਗੱਲ ਜ਼ਰੂਰ ਦੱਸਣੀ ਮੈਂ ਸਮਝਦਾ, ਪ੍ਰਿਯੰਕਾ ਗਾਂਧੀ ਨੂੰ ਉਹਦਾ ਹਵਾਲਾ ਦੇਣਾ ਕਾਫੀ ਹੱਦ ਤੱਕ ਠੀਕ ਰਹੇਗਾ। ਜੋ ਗੱਲ ਪ੍ਰਿਯੰਕਾ ਗਾਂਧੀ ਨੇ ਕਹੀ ਹੈ ਕਿ ਸਾਨੂੰ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲਣ ਤੱਕ ਉਹਨਾਂ ਦਾ ਸਾਥ ਦੇਣਾ ਚਾਹੀਦਾ। ਉਸ ਵੇਲੇ ਅਸਲ ਦੇ ਵਿੱਚ ਇਲੈਕਸ਼ਨ ਸੀ, ਉਸ ਵੇਲੇ ਤਾਂ ਨਵਜੋਤ ਸਿੰਘ ਸਿੱਧੂ ਵੀ ਉੱਥੇ ਜਾ ਕੇ ਵਰਤ ਰੱਖਣ ਨੂੰ ਤਿਆਰ ਸੀ ਤੇ ਇੱਕ ਮੌਨ ਵਰਤ ਰੱਖ ਵੀ ਲਿਆ ਸੀ ਜਾ ਕੇ। ਉਸ ਵੇਲੇ ਸਾਰੇ ਉਧਰ ਨੂੰ ਜਾ ਰਹੇ ਸੀ। ਤੁਹਾਡੇ ਯਾਦ ਹੋ ਜਦੋਂ ਉੱਥੇ ਇਹ ਆਪਦੀ ਯਾਤਰਾ ਲੈ ਕੇ ਨਵਜੋਤ ਸਿੰਘ ਸਿੱਧੂ ਜਾ ਰਿਹਾ ਸੀ, ਉਹ ਜਿਹੜੀ ਗੱਲ ਕੈਚ ਕੀਤੀ ਸੀ ਚਰਨਜੀਤ ਚੰਨੀ ਦੇ ਖਿਲਾਫ, ਕੀ ਬੋਲਿਆ ਸੀ? ਜਿਹੜਾ ਕੁਝ ਉਹ ਬੋਲਿਆ ਉਹ ਤਾਂ ਨਹੀਂ ਕਿਸੇ ਨੇ ਸੁਣਿਆ, ਲੇਕਿਨ ਲੋਕਾਂ ਨੇ ਤਾਂ ਸੁਣਿਆ। ਆ ਜਿਹੜਾ ਸੁਨੀਲ ਜਾਖੜ ਦੇ ਖਿਲਾਫ ਉਹ ਤਾਂ ਉਦੋਂ ਵੀ ਜ਼ਿਆਦਾ ਡੈਰੋਗੇਟਰੀ ਸੀ। ਚਲੋ ਆਪਣਾ ਮਸਲਾ ਹੋਰ ਹੈ। ਤੇ ਹੁਣ ਕੋਈ ਨਹੀਂ ਬੋਲ ਰਿਹਾ। ਪ੍ਰਿਯੰਕਾ ਗਾਂਧੀ ਦੀ ਗੱਲ ਬਿਲਕੁਲ ਠੀਕ ਹੈ। ਕਿਸਾਨ ਜਥੇਬੰਦੀਆਂ ਆਪਸ 'ਚ ਵੀ ਉਲਝੀਆਂ ਪਈਆਂ ਨੇ, ਉਹ ਵੀ ਕੋਈ ਜ਼ਿਆਦਾ ਨਹੀਂ। ਹੁਣ ਵੀ ਜਿਹੜੀਆਂ ਜਥੇਬੰਦੀਆਂ ਸਾਰੀਆਂ ਨਹੀਂ ਜਾ ਰਹੀਆਂ, ਇਹ ਤੁਹਾਨੂੰ ਮੈਂ ਦੱਸਦਾ, ਜਿਹੜੀਆਂ 24 ਨੂੰ ਵੀ ਜਾ ਰਹੀਆਂ ਨੇ, ਸਾਰੀਆਂ ਨਹੀਂ ਜਾ ਰਹੀਆਂ, ਕੁਝ ਜਥੇਬੰਦੀਆਂ ਜਾ ਰਹੀਆਂ ਨੇ। ਲੇਕਿਨ ਗੱਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ 'ਚ, ਇਹ ਕਿਉਂ ਚੁੱਪ ਬੈਠੇ ਨੇ? ਮਾਨ ਸਾਹਿਬ ਇੱਕ ਗੱਲ ਸਮਝ ਲਓ ਕਿ ਜਿਹੜੀ ਤੁਹਾਡੀ ਸਰਕਾਰ ਬਣੀ ਹੈ ਨਾ, ਇਹਦੇ ਪਿੱਛੇ ਬਹੁਤ ਵੱਡਾ ਹੱਥ ਹੈ ਉਹਨਾਂ ਲੋਕਾਂ ਦਾ ਜਿਹੜੇ ਲੋਕ ਟਿਕਰੀ ਤੇ ਸਿੰਘੂ ਯੂਨੀਵਰਸਿਟੀਆਂ ਤੋਂ ਜਾਗਰੂਕ ਹੋ ਕੇ ਆਏ ਸੀ। ਜਿੰਨੇ ਉਹ ਅਵੇਅਰ ਹੋਏ ਸੀ, ਉਹਨਾਂ ਨੇ ਤੁਹਾਨੂੰ ਬਦਲਾਅ ਦਿੱਤਾ। ਵੈਸੇ ਤਾਂ ਚਲੋ ਇਹ ਵੀ ਪਤਾ ਹੈ
ਲੋਕਾਂ ਨੂੰ ਇਹ ਵੀ ਇਲਮ ਹੈ ਕਿ ਬਹੁਤ ਸਾਰੀਆਂ ਜਥੇਬੰਦੀਆਂ ਨਾਲ ਅੰਦਰੋਂ ਅੰਦਰ ਹੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਹੈ। ਪਰ ਗੱਲ ਤਾਂ ਇਹ ਹੈ ਕਿ ਤੁਹਾਡੀ ਸਰਕਾਰ ਹੈ, ਤੁਸੀਂ ਪੰਜਾਬ ਦੇ ਹਿੱਤਾਂ ਦੀ, ਤੁਸੀਂ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰੋ। ਤੁਸੀਂ ਆਪਦੇ ਸੁਪਰੀਮੋ ਤੋਂ ਇਹ ਵੀ ਜੇ ਗੱਲ ਪੁੱਛਣੀ ਹੈ ਤਾਂ ਬੜੀ ਹੈਰਾਨੀ ਦੀ ਗੱਲ ਹੋਊਗੀ। ਨਹੀਂ, ਚਾਹੀਦਾ ਤਾਂ ਇਹ ਹੈ ਕਿ ਤੁਸੀਂ ਗੱਲ ਕਰੋ ਔਰ ਮੰਗ ਕਰੋ ਕਿ ਅਜੇ ਮਿਸ਼ਰਾ ਨੂੰ ਕੱਢੋ। ਅਮਿਤ ਸ਼ਾਹ ਜੀ ਤੇ ਮੋਦੀ ਸਾਹਿਬ, ਜਿਹੜਾ ਤੁਸੀਂ ਉੱਥੇ ਬਿਠਾਇਆ, ਕੀ ਤੁਸੀਂ ਇਹ ਮੰਗ ਕਰੋਗੇ? ਕਰਨੀ ਚਾਹੀਦੀ ਹੈ। ਜੇ ਨਹੀਂ ਕਰੋਗੇ ਗੱਲ ਵੱਖਰੀ ਹੈ, ਲੇਕਿਨ ਇਹ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਇਹ ਹੁਣ ਤਾਂ ਸਪਸ਼ਟ ਹੋ ਗਈ ਨਾ ਸੁਪਰੀਮ ਕੋਰਟ ਦੀ ਗੱਲ। ਕਿਸਾਨਾਂ ਦੇ ਲਈ ਜੇ ਇਨਸਾਫ ਲੈਣਾ ਹੈ, ਉਹਨਾਂ ਨਾਲ ਖੜਨਾ ਸਭ ਨੂੰ ਪੈਣਾ ਹੈ, ਸਾਰੀਆਂ ਪੋਲੀਟੀਕਲ ਪਾਰਟੀਆਂ। ਜਿਹੜਾ ਮੌਨ ਵਰਤ ਰੱਖਦਾ ਸੀ ਉਹਨੂੰ ਵੀ ਹੁਣ ਬੋਲਣਾ ਚਾਹੀਦਾ, ਦੂਜਿਆਂ ਨੂੰ ਵੀ ਬੋਲਣਾ ਚਾਹੀਦਾ ਜਿਹੜੇ ਉੱਥੇ ਗਏ ਸੀ ਇਕੱਠੇ ਹੋ ਕੇ। ਸਭ ਨੂੰ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਆਲ ਪਾਰਟੀ ਮੀਟਿੰਗ ਬੁਲਾ ਕੇ ਮੋਦੀ ਸਾਹਿਬ ਕੋਲ, ਅਮਿਤ ਸ਼ਾਹ ਕੋਲ ਇਹ ਮੰਗ ਕਰਨੀ ਚਾਹੀਦੀ ਹੈ। ਮੈਂ ਤਾਂ ਇਹ ਵੀ ਕਹਿਣਾ ਅਖਿਲੇਸ਼ ਯਾਦਵ ਨੂੰ ਵੀ ਨਾਲ ਲਓ, ਤੁਸੀਂ ਉੱਥੇ ਵੀ ਜਾਓ ਤੇ ਤੁਸੀਂ ਇਹ ਮੰਗ ਕਰੋ। ਜੋਗੀ ਸਾਹਿਬ ਨੂੰ ਵੀ ਕਹੋ ਕਿ ਇਸ ਤਰ੍ਹਾਂ ਨਾ ਹੋਵੇ। ਦੇਖੋ, ਮੈਂ ਇਹ ਸਮਝਦਾ ਕਿਸਾਨ ਜਥੇਬੰਦੀਆਂ ਕੋਲ ਇਸ ਵੇਲੇ ਇਹ ਮੌਕਾ ਕਿ ਦੁਬਾਰਾ, ਹਾਲਾਂਕਿ ਤੁਸੀਂ ਬਹੁਤ ਸਾਰਿਆਂ ਨੇ ਦੁਬਾਰਾ ਉਹਨੂੰ ਪੁੱਛਿਆ ਨਹੀਂ। ਮੈਂ ਰਕੇਸ਼ ਟਕੈਤ ਦੀ ਜਿਹੜੀ ਸਟੇਟਮੈਂਟ ਅੱਜ ਜ਼ਰੂਰ ਦੇਖੀ ਹੈ ਤੇ ਇਧਰੋਂ ਵੀ ਬੋਲਿਆ, ਸਰਬਜੀਤ ਸਿੰਘ ਭਦੇਰ ਦੀ ਵੀ ਸਟੇਟਮੈਂਟ ਆਈ ਹੈ, ਲੇਕਿਨ ਜਿੱਡੇ ਵੱਡੇ ਲੈਵਲ ਤੇ ਇਹ ਗੱਲ ਹੋਣੀ ਚਾਹੀਦੀ ਸੀ, ਹਲੇ ਹੋਈ ਨਹੀਂ। ਪਰ ਸੁਪਰੀਮ ਕੋਰਟ ਦੇ ਫੈਸਲੇ ਨੇ ਇੱਕ ਵਾਰ ਫੇਰ ਆਸ ਜਗਾਤੀ ਹੈ ਕਿ ਇਸ ਦੇ ਬਾਵਜੂਦ ਕਿ ਉੱਥੇ ਗੁੰਡਾਗਰਦੀ ਦਾ ਵੱਡਾ ਨਾਚ ਹੋਇਆ ਸੀ, ਇਹ ਜਿਹੜਾ ਗ੍ਰਹਿ ਰਾਜ ਮੰਤਰੀ ਦਾ ਸ਼ੋਕਰਾ ਆਸ਼ੀਸ਼ ਮਿਸ਼ਰਾ ਜਿਵੇਂ ਨੇ ਕੀਤਾ ਸੀ, ਇਹ ਹਾਈ ਕੋਰਟ ਦੇ ਵਿੱਚ ਜਿਸ ਤਰ੍ਹਾਂ ਜ਼ਮਾਨਤ ਰੱਦ ਹੋਈ ਸੀ, ਇਹ ਸਾਰੀਆਂ ਗੱਲਾਂ ਨੇ ਆਸ ਜਗਾ ਦਿੱਤੀ ਹੈ ਕਿ ਦੁਬਾਰਾ ਸ਼ਾਇਦ ਇਨਸਾਫ ਵੱਲ ਵਧੀਏ। ਪਰ ਕਿਸਾਨਾਂ ਨੂੰ ਜ਼ਰੂਰ, ਤੇ ਸਰਕਾਰਾਂ ਨੂੰ ਤੇ ਆਪੋਜੀਸ਼ਨ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਕਿਸਾਨਾਂ ਦੇ ਹਿੱਤਾਂ ਦੇ ਲਈ।